TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਕਹਾਣੀ ਸੰਸਾਰ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਝੱਲਾ ਡਾਡਵਾਂ ਵਾਲੇ ਦੀ ਲਿਖੀ ਇੱਕ ਖੂਬਸੂਰਤ ਕਹਾਣੀ ਜਿਸ ਦਾ ਸਿਰਲੇਖ ਹੈ ਖੁਸ਼ੀ, ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਹੋ ਸਕਦਾ ਹੈ ਕਹਾਣੀ ਤੁਹਾਨੂੰ ਵੇਖਣ ਸੁਣਨ ਤੋਂ ਬਾਅਦ ਕਿਸੇ ਗੁਆਂਢੀ ਦੀ ਲੱਗੇ, ਆਪਣੀ ਲੱਗੇ, ਕਿਸੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦੀ ਲੱਗੇ। ਜੇਕਰ ਚੰਗੀ ਲੱਗੀ, ਵਧੀਆ ਲੱਗੀ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਰੱਜ ਕੇ ਕਰਿਓ ਤਾਂ ਕਿ ਕਹਾਣੀਕਾਰ ਦਾ ਹੌਸਲਾ ਵਧੇ ਅਤੇ ਕਹਾਣੀ ਸੰਸਾਰ ਵਿੱਚ ਉਹ ਆਪਣੀਆਂ ਹੋਰ ਲਿਖਤਾਂ ਭੇਜਣ ਅਤੇ ਆਪਾਂ ਆਗਾਮੀ ਪ੍ਰੋਗਰਾਮਾਂ ਵਿੱਚ ਉਹਨਾਂ ਨੂੰ ਸ਼ਾਮਲ ਕਰ ਸਕੀਏ। ਆਓ ਖੁਸ਼ੀ ਸਿਰਲੇਖ ਦੀ ਕਹਾਣੀ ਤੁਹਾਡੇ ਰੂਬਰੂ ਕਰਾਂ। ਰਾਣੀ ਤੇ ਸੱਤੇ ਦੀ ਕਹਾਣੀ ਅੱਜ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ। ਰਾਣੀ ਕੇ ਘਰ ਅੱਜ ਫੇਰ ਕਲੇਸ਼, ਉਹ ਵੀ ਸਵੇਰ ਦਾ ਪੈ ਰਿਹਾ ਸੀ। ਰਾਣੀ ਰਣਦੀਪ ਸੀ ਅਸਲ ਵਿੱਚ, ਮਾਪਿਆਂ ਨੇ ਉਸਦਾ ਰੱਖਿਆ ਨਾਂ, ਪਰ ਸਾਰੇ ਉਸ ਨੂੰ ਰਾਣੀ ਰਾਣੀ ਕਹਿ ਕੇ ਬੁਲਾਉਂਦੇ। ਰਾਣੀ ਦੀ ਸੱਸ ਜਿੱਦ ਕਰੀ ਜਾ ਰਹੀ ਸੀ ਕਿ ਰਾਣੀ ਮੇਰੇ ਨਾਲ ਡਾਕਟਰ ਕੋਲ ਚੱਲੇ, ਚੈੱਕਅਪ ਕਰਵਾਈਏ। ਰਾਣੀ ਦੀ ਸੱਸ ਜਿੱਦ ਕਰੀ ਜਾ ਰਹੀ ਸੀ ਕਿ ਜਾਣਾ ਤਾਂ ਪੈਣਾ ਹੈ ਰਾਣੀ ਨੂੰ, ਤੇ ਰਾਣੀ ਆਖ ਰਹੀ ਸੀ ਕਿ ਅਸੀਂ ਦੋਵੇਂ ਜੀ ਚੈੱਕਅਪ ਕਰਵਾ ਲਵਾਂਗੇ ਤਾਂ ਕਿ ਸਾਨੂੰ ਪਤਾ ਤਾਂ ਲੱਗੇ ਕਿ ਕਮੀ ਦੋਵਾਂ ਦੇ ਵਿੱਚੋਂ ਅਸਲ ਦੇ ਵਿੱਚ ਹੈ ਕਿਹਦੇ ਵਿੱਚ। ਕਹਾਣੀ ਹੋ ਰਿਹਾ ਹੈ। ਅਸਲ ਦੇ ਵਿੱਚ 12 ਵਰ੍ਹੇ ਹੋ ਗਏ ਸੀ ਰਾਣੀ ਦੇ ਵਿਆਹ ਨੂੰ ਹੋਇਆ, ਪਰ ਘਰ ਵਿੱਚ ਕਲਕਾਰੀ ਨਹੀਂ ਸੀ ਬੱਚੀ। 4-5 ਸਾਲਾਂ ਤੋਂ ਤਾਂ ਘਰ ਵਿੱਚ ਚੈੱਕਅਪ ਨੂੰ ਲੈ ਕੇ ਰੋਜ਼ਾਨਾ ਕਲੇਸ਼ ਪੈਂਦਾ। ਗੱਲ ਅਖੀਰ ਨੂੰ ਛੱਡ ਛੜਾ ਤੇ ਆ ਪਹੁੰਚੀ। ਰਾਣੀ ਤੇ ਸੱਤਾ, ਸੱਤੇ ਦਾ ਨਾਮ ਵੀ ਦਰਅਸਲ ਸਤਵੀਰ ਸਿੰਘ ਸੀ। ਰਾਣੀ ਤੇ ਸੱਤੇ ਵਿੱਚ ਤਲਾਕ ਹੋ ਗਿਆ। ਰਾਣੀ ਗਰੀਬ ਪਰਿਵਾਰ ਦੀ ਧੀ, ਪਰ ਰੱਜ ਕੇ ਸੋਹਣੀ ਸੁਨੱਖੀ, ਰੱਬ ਨੇ ਕਸਰ ਕੋਈ ਨਾ ਛੱਡੀ ਸੁਹੱਪਣ 'ਚ। ਇਹ ਵੀ ਦੱਸ ਦਈਏ ਕਿ ਸੱਤੇ ਨੇ ਆਪ ਪਸੰਦ ਕਰਕੇ ਮਾਪਿਆਂ ਦੀ ਜਿੱਦ ਅੱਗੇ ਗੋਡੇ ਨਹੀਂ ਸੀ ਟੇਕੇ। ਜਿੱਦ ਸੱਤੇ ਦੀ ਜਿੱਤੀ। ਮਾਪਿਆਂ ਦੇ ਨਾਲ ਜਿੱਦ ਕੀਤੀ, ਸੱਤਾ ਰਾਣੀ ਨੂੰ ਵਿਆਹ ਕਰਵਾ ਕੇ ਲਿਆਇਆ। 2-4 ਸਾਲ ਤਾਂ ਪਤਾ ਲੱਗਿਆ ਕਿ ਰਾਣੀ ਦੀ ਬੜੀ ਫਿਕਰ ਕਰਦਾ ਰਿਹਾ, ਬਹੁਤ ਕਦਰ ਕੀਤੀ, ਪਰ ਬਾਅਦ ਵਿੱਚ ਸੱਤਾ ਬੇਪਰਵਾਹ ਹੋ ਗਿਆ। ਤਲਾਕ ਤੋਂ ਬਾਅਦ ਰਾਣੀ ਬੁਰੀ ਤਰ੍ਹਾਂ ਟੁੱਟ ਗਈ। ਦਿਲ ਕਰਦਾ ਸੀ ਕਿ ਹੁਣ ਮਰ ਜਾਵੇ, ਬਿੰਦ ਮਰ ਜਾਵੇ, ਪਰ ਰਾਣੀ ਇੰਨੀ ਬੇਸਮਝ ਤੇ ਕਮਜ਼ੋਰ ਨਹੀਂ ਸੀ ਜਿਹੜੀ ਹਾਲਾਤਾਂ ਨਾਲ ਲੜ ਵੀ ਨਾ ਸਕੇ। ਕੁਝ ਦਿਨ ਲੰਘੇ ਤਾਂ ਮਾਂ ਕਹਿਣ ਲੱਗੀ, ਰਾਣੀ ਇੱਕ ਮੁੰਡੇ ਦੀ ਦੱਸ ਪਈ ਆ ਪੁੱਤ, ਦੱਸ ਕਿਵੇਂ ਕਰੀਏ। ਪਰ ਰਾਣੀ ਦੂਸਰੇ ਵਿਆਹ ਵਾਸਤੇ ਤਿਆਰ ਨਹੀਂ ਸੀ। ਕਹਿਣ ਲੱਗੀ, ਮਾਂ ਹੁਣ ਵਿਆਹ ਨਹੀਂ ਕਰਵਾਉਣਾ। ਮਾਂ-ਬਾਪ ਨੇ ਬਹੁਤ ਸਮਝਾਇਆ ਪਰ ਰਾਣੀ ਨਾ ਮੰਨੀ। 3-4 ਮਹੀਨੇ ਇਸ ਤਰ੍ਹਾਂ ਹੋਰ ਬੀਤ ਗਏ। ਰਾਣੀ ਨੂੰ ਜਾਪਿਆ ਕਿ ਉਸਦਾ ਭਰਾ ਭਰਜਾਈ, ਉਹਨਾਂ ਦਾ ਵਤੀਰਾ ਪਹਿਲਾਂ ਨਾਲੋਂ ਕੁਝ ਬਦਲਿਆ। ਪਹਿਲਾਂ ਜਿਹੜੇ ਗੱਲ-ਗੱਲ ਤੇ ਉਸਦੀ ਫਿਕਰ ਕਰਦੇ, ਹੁਣ ਬੇਪਰਵਾਹੀ ਦਿਖਾਉਣ ਲੱਗੇ ਸੀ। ਰਾਣੀ ਦੀ ਮਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਪਰ ਉਹ ਉਹਨਾਂ ਨੂੰ ਕਹਿ ਵੀ ਕੁਝ ਨਹੀਂ ਸੀ ਸਕਦੀ। ਮਸਾਂ ਹੀ ਤੇ ਘਰ ਦਾ 4 ਜੀਆਂ ਦਾ ਗੁਜ਼ਾਰਾ ਚਲਾਉਂਦੇ ਸਨ, ਤੇ ਉੱਤੋਂ ਰਾਣੀ। ਮਾਂ ਨੇ ਫਿਰ ਰਾਣੀ ਨੂੰ ਸਮਝਾਉਣਾ ਹੀ ਠੀਕ ਸਮਝਿਆ ਤੇ ਕਹਿਣ ਲੱਗੀ, ਵੇਖ ਪੁੱਤ ਰਾਣੀ, ਜਿੰਨਾ ਚਿਰ ਅਸੀਂ ਬੈਠੇ ਹਾਂ ਉਹਨਾਂ ਚਿਰ ਤਾਂ ਪੁੱਤ ਠੀਕ ਹੈ, ਪਰ ਬਾਅਦ ਵਿੱਚ ਤੂੰ ਇਕੱਲੀ ਪੈ ਜਾਏਂਗੀ। ਤੇਰੇ ਭਰਾ ਭਰਜਾਈ ਦਾ ਵਤੀਰਾ ਤੂੰ ਹੁਣੀ ਵੇਖ ਲੈ ਬਦਲ ਗਿਆ ਹੈ। ਸਾਨੂੰ ਤੇਰੀ ਪੁੱਤ ਫਿਕਰ ਰਹਿੰਦੀ ਹੈ। ਪੁੱਤ ਨਾ ਸਾਨੂੰ ਦੁਖੀ ਨਾ ਕਰ। ਠੀਕ ਹੈ ਮਾਂ, ਰਾਣੀ ਕਹਿਣ ਲੱਗੀ, ਮੈਨੂੰ ਅੱਜ ਰਾਤ ਸੋਚਣ ਵਾਸਤੇ ਦੇ ਦਿਓ। ਪੁੱਤ ਤੂੰ ਆਰਾਮ ਨਾਲ ਸੋਚ ਲੈ। ਮਾਂ ਨੂੰ ਕੁਝ ਉਮੀਦ ਜਾਗੀ। ਰਾਣੀ ਦੀ ਅੱਧਿਓਂ ਜ਼ਿਆਦਾ ਰਾਤ ਸੋਚਦਿਆਂ ਲੰਘੀ। ਸਵੇਰੇ ਮਾਂ ਨੂੰ ਕਹਿਣ ਲੱਗੀ, ਮਾਂ ਜੇ ਮੈਨੂੰ ਫਿਰ ਵਿਆਹੁਣਾ ਹੈ ਤਾਂ ਮੇਰੀ ਇੱਕ ਸ਼ਰਤ ਹੈ। ਮਾਂ ਨੇ ਆਖਿਆ, ਕੀ ਸ਼ਰਤ ਹੈ ਪੁੱਤ? ਰਾਣੀ ਕਹਿਣ ਲੱਗੀ, ਮਾਂ ਮੈਂ ਆਪਣੇ ਵਿਆਹ ਦੀ ਜੇ ਗੱਲ ਅੱਗੇ ਵਧਾਉਣੀ ਹੈ, ਜੇ ਵਿਆਹ ਕਰਵਾਉਣਾ ਹੈ, ਜੇ ਮੇਰਾ ਵਿਆਹ ਕਰਨਾ ਹੈ ਤਾਂ ਮੇਰੇ ਪਹਿਲੇ ਸਹੁਰੇ ਪਿੰਡ ਕਰ ਦਿਓ। ਉੱਥੇ ਇੱਕ ਮੁੰਡਾ ਹੈ, ਬਾਜੂ ਕਹਿੰਦੇ ਆ ਉਹਨੂੰ, ਉਹਦੇ ਨਾਲ ਕਰ ਦਿਓ ਵਿੱਚ ਕੋਈ ਵਿਚੋਲਾ ਪਾ ਕੇ ਮੇਰਾ ਵਿਆਹ। ਅਸਲ ਵਿੱਚ ਰਾਣੀ ਸਾਰੀ ਰਾਤ ਇਹੋ ਸੋਚਦੀ ਰਹੀ ਕਿ ਮੈਂ ਉਸੇ ਹੀ ਪਿੰਡ ਕਿਹਦੇ ਨਾਲ ਵਿਆਹ ਕਰਵਾਵਾਂ। ਸੋਚਦੀ ਨੂੰ ਯਾਦ ਆਇਆ ਕਿ ਉਸਨੇ ਬਾਜੂ ਬਾਰੇ ਬਹੁਤ ਸੁਣਿਆ ਸੀ ਕਿ 1.5 ਕਿੱਲਾ ਜ਼ਮੀਨ ਦਾ ਮਾਲਕ ਹੈ। ਜ਼ਮੀਨ ਘੱਟ ਹੋਣ ਕਰਕੇ ਉਸ ਦਾ ਵਿਆਹ ਨਹੀਂ ਸੀ ਹੋਇਆ, ਜੱਟਾਂ ਦਾ ਮੁੰਡਾ ਸੀ।
ਅਜੇ 17 ਵਰਿਆਂ ਦਾ ਹੀ ਹੋਇਆ ਸੀ ਕਿ ਪਿਓ ਗੁਜ਼ਰ ਗਿਆ। ਮਾਂ ਪੁੱਤ ਸੀ, ਜ਼ਮੀਨ ਥੋੜੀ ਸੀ, ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਦੇ ਸੀ। ਹੁਣ 40 ਨੂੰ ਢੁੱਕ ਚੁੱਕਿਆ ਸੀ। ਰਾਣੀ ਉਹਦੇ ਬਾਰੇ ਸੁਣਦੀ ਰਹਿੰਦੀ ਸੀ, ਪਰ ਰਾਣੀ ਨੇ ਬਾਜੂ ਨੂੰ ਦੇਖਿਆ ਕਦੇ ਨਹੀਂ ਸੀ। ਵਿਚੋਲਾ ਆਪਾ ਰਾਣੀ ਦੇ ਵਿਆਹ ਦੀ ਗੱਲ ਉੱਥੇ ਤੋਰ ਲਈ ਗਈ। ਬਾਜੂ ਦੀ ਮਾਂ ਆਪਣੇ ਹੀ ਪਿੰਡ ਦੀ ਵੱਡੇ ਘਰ ਦੀ ਛੱਡੀ ਦੁਹਾਜਨ ਨਾਲ ਬਾਜੂ ਦਾ ਵਿਆਹ ਕਰਨਾ ਨਹੀਂ ਸੀ ਚਾਹੁੰਦੀ, ਪਰ ਉਹਨੂੰ ਵੀ ਪਤਾ ਸੀ ਕਿ ਮਸਾਂ ਹੀ ਬਾਜੂ ਦਾ ਵਿਆਹ ਹੋਣ ਲੱਗਾ ਤੇ ਨਾਲੇ ਰਿਸ਼ਤਾ ਵੀ ਆਪ ਮੰਗਣ ਆਇਆ ਅਗਲੇ। ਫਿਰ ਭਲਾ ਮਨਾ ਕਿਵੇਂ ਕਰਦੀ? ਸਾਦੇ ਢੰਗ ਨਾਲ ਬਾਜੂ ਤੇ ਰਾਣੀ ਦਾ ਵਿਆਹ ਹੋਇਆ। ਬਾਜੂ ਜਿੰਨਾ ਮਾਂ ਦਾ ਖਿਆਲ ਰੱਖਦਾ, ਉਸ ਤੋਂ ਕਿਤੇ ਵੱਧ ਰਾਣੀ ਦਾ ਖਿਆਲ ਵੀ ਰੱਖਦਾ। ਮਾਂ ਵੱਲੋਂ ਉਹ ਬੇਫਿਕਰ ਸੀ, ਕਿਉਂਕਿ ਰਾਣੀ ਉਸ ਨਾਲੋਂ ਵੀ ਜ਼ਿਆਦਾ ਆਪਣੀ ਸੱਸ ਦਾ ਖਿਆਲ ਰੱਖਦੀ। ਦਿਨ ਗੁਜ਼ਰਦੇ ਗਏ, ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ। ਅੱਜ ਬਾਜੂ ਤੇ ਰਾਣੀ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਬਾਜੂ ਤਾਂ ਰਾਣੀ ਨੂੰ ਕੋਈ ਤੋਹਫਾ ਨਾ ਦੇ ਸਕਿਆ, ਪਰ ਰੱਬ ਨੇ ਰਾਣੀ ਨੂੰ ਇੱਕ ਬੇਸ਼ਕੀਮਤੀ ਵੱਡਾ ਤੋਹਫਾ ਦੇ ਦਿੱਤਾ। ਰਾਣੀ ਨੇ ਵਰ੍ਹੇਗੰਢ ਵਾਲੇ ਦਿਨ ਦੁਪਹਿਰ ਵੇਲੇ ਇੱਕ ਮੁੰਡੇ ਨੂੰ ਜਨਮ ਦਿੱਤਾ। ਸਾਰਾ ਪਰਿਵਾਰ ਖੁਸ਼ੀ ਦੇ ਵਿੱਚ ਝੂਮ ਰਿਹਾ ਸੀ। ਰਾਣੀ ਨੇ ਬਾਜੂ ਨੂੰ ਕੋਲ ਸੱਦਿਆ ਤੇ ਬਾਪੂ ਵੱਲੋਂ ਦਿੱਤੀਆਂ 2 ਸੋਨੇ ਦੀਆਂ ਚੂੜੀਆਂ ਚੋਂ ਇੱਕ ਚੂੜੀ ਦਿੰਦੇ ਹੋਏ ਕਿਹਾ, ਜਾਓ ਇਹਨੂੰ ਤੜਾ ਲਾਓ, ਇਹਨੂੰ ਵੇਚ ਕੇ ਨਾ ਇੱਕ ਤਾਂ ਸਾਰੇ ਪਿੰਡ ਵਿੱਚ ਲੱਡੂ ਵੰਡੋ ਤੇ ਦੂਜਾ ਸਾਰੀ ਰਾਤ ਢੋਲ ਵੱਜਦਾ ਰਹਿਣਾ ਚਾਹੀਦਾ ਸਾਡੇ ਘਰ। ਮੈਨੂੰ ਅੱਜ ਸੱਚੀ ਬਹੁਤ ਖੁਸ਼ੀ ਹੋਈ ਹੈ। ਅਸਲ ਕਹਾਣੀ ਹੋਰ ਸੀ। ਅਸਲ ਵਿੱਚ ਰਾਣੀ ਸੱਤੇ ਤੇ ਉਹਦੀ ਮਾਂ ਦੇ ਦਿਲ ਵਿੱਚ ਧੂ ਪਾਉਣਾ ਚਾਹੁੰਦੀ ਸੀ। ਸ਼ਾਮ ਨੂੰ ਹੀ ਸਾਰੇ ਪਿੰਡ ਵਿੱਚ ਲੱਡੂ ਫੇਰ ਦਿੱਤੇ ਗਏ। ਸਵੇਰੇ ਵੱਡੇ ਤੜਕੇ 3 ਵਜੇ ਤੱਕ ਢੋਲ ਵੱਜਦਾ ਰਿਹਾ। ਢੋਲੀ ਵਿਚਾਰਾ ਬੁਰੀ ਤਰ੍ਹਾਂ ਥੱਕ ਚੁੱਕਿਆ ਸੀ। ਬਾਜੂ ਤੇ ਰਾਣੀ ਨੇ ਉਹਨੂੰ ਵੀ ਖੁਸ਼ ਕਰਕੇ ਤੋਰਿਆ ਤੇ ਢੋਲੀ ਨੂੰ ਤੋਰਨ ਤੋਂ ਬਾਅਦ ਬਾਜੂ ਨੇ ਰਾਣੀ ਨੂੰ ਹੱਥ ਅੱਗੇ ਕਰਨ ਵਾਸਤੇ ਆਖਿਆ। ਰਾਣੀ ਨੂੰ ਕੁਝ ਸਮਝ ਨਾ ਆਇਆ। ਅਣਮਨੇ ਮਨ ਨਾਲ ਰਾਣੀ ਨੇ ਹੱਥ ਅੱਗੇ ਕਰ ਦਿੱਤਾ। ਬਾਜੂ ਨੇ ਉਹਦੀ ਸੋਨੇ ਦੀ ਚੂੜੀ ਉਹਦੇ ਹੀ ਹੱਥ ਤੇ ਫਿਰ ਰੱਖ ਦਿੱਤੀ। ਰਾਣੀ ਹੈਰਾਨ ਹੁੰਦੀ ਹੋਈ ਬੋਲੀ, ਤੁਸੀਂ ਚੂੜੀ ਨਹੀਂ ਵੇਚੀ? ਨਹੀਂ, ਬਾਜੂ ਬੋਲਿਆ। ਤੇ ਫਿਰ ਆ ਢੋਲ, ਆ ਲੱਡੂ, ਇਹ ਸਾਰਾ ਕੁਝ ਕਿਵੇਂ ਹੋ ਗਿਆ? ਰਾਣੀ ਨੇ ਬਾਜੂ ਨੂੰ ਪੁੱਛਿਆ। ਬਾਜੂ ਕਹਿਣ ਲੱਗਾ, ਬਾਪੂ ਨੇ ਇੱਕ ਕੈਂਠਾ ਬਣਾ ਕੇ ਦਿੱਤਾ ਸੀ ਬਹੁਤ ਰੀਝ ਨਾਲ। ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ, ਪਰ ਉਹ ਖੁਸ਼ੀ ਅੱਜ ਇਹ ਖੁਸ਼ੀ ਦੇ ਸਾਹਮਣੇ ਛੋਟੀ ਜਾਪੀ। ਨਾਲੇ ਤੇਰਾ ਇੱਕ ਹੱਥ ਭਰਿਆ ਤੇ ਇੱਕ ਸੁੰਨਾ ਮੈਨੂੰ ਚੰਗਾ ਨਹੀਂ ਸੀ ਲੱਗਣਾ। ਰਾਣੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਘਰ, ਪਹਿਲਾ ਸਹੁਰਾ ਘਰ, ਜਿੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਪਰ ਕਦਰ ਨਹੀਂ ਸੀ, ਖੁਸ਼ੀ ਨਹੀਂ ਸੀ, ਸਕੂਨ ਨਹੀਂ ਸੀ, ਤੇ ਇੱਕ ਇਹ ਘਰ ਜਿੱਥੇ ਅੰਤਾਂ ਦੀ ਤੰਗੀ, ਤੁਰਸ਼ੀ, ਇਹਦੇ ਬਾਵਜੂਦ ਰਾਣੀ ਅੱਜ ਹੱਦੋਂ ਵੱਧ ਖੁਸ਼ ਸੀ। ਇੱਕ ਹੱਥ ਬਾਜੂ ਦੇ ਹੱਥ ਵਿੱਚ ਸੀ ਤੇ ਦੂਜੇ ਹੱਥ ਨਾਲ ਅੱਖਾਂ ਵਿੱਚ ਭਰੇ ਪਾਣੀ ਨੂੰ ਪੂੰਝ ਰਹੀ ਸੀ। ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ ਖੁਸ਼ੀ। ਸੱਚ ਦੱਸਿਓ, ਝੱਲਾ ਡੱਡਮਾ ਵਾਲੇ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਜਾਪੀ? ਕਿ ਖੁਸ਼ੀ ਦਾ ਨਾਪ, ਖੁਸ਼ੀ ਦਾ ਤੋਲ ਕੀ ਵੱਡੇ ਜਾਂ ਛੋਟੇ ਘਰ ਨਾਲ ਮਾਇਨੇ ਰੱਖਦਾ ਹੈ, ਜਾਂ ਤੁਹਾਡੇ ਦਿਲ, ਤੁਹਾਡੇ ਸਕੂਨ, ਤੁਹਾਡੀ ਕਦਰ ਇਹ ਮਾਇਨੇ ਰੱਖਦੀ ਹੈ? ਸੋ ਦੋਸਤੋ, ਇਹਦੇ ਨਾਲ ਹੀ ਸਮਾਪਤੀ ਕਰਾਂਗਾ। ਜਾਣ ਤੋਂ ਪਹਿਲਾਂ ਕਹਾਂਗਾ, ਜੇਕਰ ਇਹ ਕਹਾਣੀ ਸੰਸਾਰ ਦੀ ਅੱਜ ਦੀ ਕਿਸ਼ਤ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣੀ, ਸ਼ੇਅਰ ਵੀ ਕਰ ਦੇਣੀ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਪਿਆਰ।